ਹਰ ਹਰ ਜਨ ਦੋਈ ਏਕ ਹੈ। ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ। ਜਲ ਹੀ ਬਿਖੈ ਸਮਾਹੇ, ਗੁਰ ਕਾ ਬਚਨ ਬਸੈ ਜੀਅ ਨਾਲੇ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ। ਪਾਹੇ ਨ ਸਾਕੈ ਜਾਲੇ, ਬ੍ਰਹਮ ਗਿਆਨੀ ਕੀ ਸੋਭਾ। ਬ੍ਰਹਮ ਗਿਆਨੀ ਬਾਣੀ, ਨਾਨਕ ਬ੍ਰਹਮ ਗਿਆਨੀ। ਸਰਬ ਕਾ ਧਨੀ, ਜੇਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਭਗਤ ਵਸ਼ਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਸੁੰਦਰ ਦੀਵਾਨ ਸਜੇ, ਜਿਸ ਦੇ ਅੰਦਰ ਮੀਰੀ ਪੀਰੀ ਕੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤਿਨਾਂ ਦੇ ਦਰੋਂ ਘਰੋਂ ਵਰਸਾਏ। ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਤਿਨਾਂ ਦੀ ਅੰਸ ਬੰਸ ਦੇ ਮਹਾਂਪੁਰਖ 11ਵੇਂ ਜਾਨਸ਼ੀਨ। ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ, ਤਿਨਾਂ ਦੀ ਸਾਲਾਨਾ ਬਰਸੀ ਸਮਾਗਮ ਨੂੰ ਮਨਾਉਂਦਿਆਂ ਹੋਇਆਂ ਹਾਂਗ ਕਾਂਗ ਦੀ ਸਮੂਹ ਸਾਧ ਸੰਗਤ ਵੱਲੋਂ ਅੰਮ੍ਰਿਤ ਵੇਲੇ ਪਾਵਨ ਗੁਰਬਾਣੀਆਂ ਦੇ ਸਹਿਜ ਪਾਠ ਤਿਨਾਂ ਦੇ ਭੋਗ ਪਾਏ ਗਏ। ਉਪਰੰਤ ਸੁੰਦਰ ਦੀਵਾਨ ਸਜੇ। ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ, ਜਿਸ ਦੇ ਅੰਦਰ ਭਾਈ ਸਾਹਿਬ ਜੀ ਸ਼ਬਦ ਗਾਇਨ ਕਰ ਰਹੇ ਸਨ ਕਿ ਜੋ ਬ੍ਰਹਮ ਗਿਆਨੀ ਹੈ ਉਹਨਾਂ ਦੀ ਕੀ ਅਵਸਥਾ ਹੁੰਦੀ ਹੈ।
ਜੋ ਸੰਤ ਹਨ ਉਹਨਾਂ ਦੀ ਕੀ ਅਵਸਥਾ ਹੁੰਦੀ ਹੈ। ਇਹ ਜੋ ਬ੍ਰਹਮ ਗਿਆਨੀ ਸੰਤ ਸਾਧੂ ਸ਼ਬਦ ਹਨ, ਇਹ ਧਾਰਮਿਕ ਲਾਈਨ ਦੇ ਵਿੱਚ ਬਹੁਤ ਉੱਚੇ ਸੁੱਚੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ, ਆਪਣਾ ਜੀਵਨ ਪਰਮੇਸ਼ਰ ਦੇ ਲੇਖੇ ਦੇ ਵਿੱਚ ਲਾ ਦਿੱਤਾ। ਉਹਨਾਂ ਦੇ ਪਰਥਾਏ ਇਹ ਸ਼ਬਦ ਕਹਿਣੇ ਬਣਦੇ ਹਨ ਕਿ ਜਿਵੇਂ ਸਮੁੰਦਰ ਦੇ ਵਿੱਚ ਇੱਕ ਬੂੰਦ ਸਮੁੰਦਰ ਦੇ ਵਿੱਚ ਮਿਲ ਕਰਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਸਮੁੰਦਰ ਕਹਿਲਾਉਣ ਦਾ ਮਾਣ ਪ੍ਰਾਪਤ ਕਰਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ, ਸੰਤ ਸਾਧੂ ਬ੍ਰਹਮ ਅਵਸਥਾ ਦੇ ਪਾਤਰ ਉਸ ਬ੍ਰਹਮ ਸਰੂਪ ਦੇ ਵਿੱਚ ਮਿਲ ਕਰਕੇ ਐਸੀ ਅਵਸਥਾ ਦੇ ਪਾਤਰ ਬਣ ਜਾਂਦੇ ਹਨ, ਜਿਨ੍ਹਾਂ ਦੇ ਪਰਥਾਏ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੀ ਹਾਜ਼ਰੀ ਅੰਦਰ ਆ ਕਰਕੇ ਜਿਨ੍ਹਾਂ ਨੇ ਮਹਾਨ ਸੇਵਾ ਕੀਤੀ, ਜੋ ਗੁਰੂ ਦਾ ਸੀਨਾ ਬਣ ਗਏ। ਸੀਨੇ ਤੋਂ ਭਾਵ ਹੈ ਕਿ ਹਿਰਦਾ ਬਣ ਜਾਣਾ, ਕਿ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੀ ਹਾਜ਼ਰੀ ਅੰਦਰ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਕਮਾਇਆ। ਜੇ ਸ਼ਾਹੀ ਕਿਲੇ ਦੇ ਵਿੱਚੋਂ ਘੋੜੇ ਲਿਆਉਣ ਦੀ ਗੱਲ ਹੋਈ ਤੇ ਸਤਿਗੁਰਾਂ ਨੇ ਬਾਬਾ ਬਿਧੀ ਚੰਦ ਵੱਲ ਇਸ਼ਾਰਾ ਕੀਤਾ, ਹੁਕਮ ਪਾ ਕਰਕੇ 2 ਵਾਰ ਸ਼ਾਹੀ ਕਿਲੇ ਦੇ ਵਿੱਚ ਗਏ। ਇੱਕ ਘੋੜਾ ਬਾਬਾ ਬਿਧੀ ਚੰਦ ਜੀ ਨਜੂਮੀਆ ਬਣ ਕੇ ਲੈ ਕੇ ਆਏ, ਇੱਕ ਘੋੜਾ ਘਾਈ ਬਣ ਕੇ ਲੈ ਕੇ ਆਏ। ਪਹਿਲਾ ਘੋੜਾ ਘਾਈ ਬਣ ਕੇ ਲੈ ਕੇ ਆਏ, ਦੂਸਰਾ ਘੋੜਾ ਲੱਭਣ ਦੇ ਵਾਸਤੇ ਗਏ ਕਿ ਤੁਹਾਡਾ ਘੋੜਾ ਅਸੀਂ ਆਪਣੀ ਵਿਦਿਆ ਦੇ ਨਾਲ ਦੱਸ ਦੇਵਾਂਗੇ ਕਿਹੜੇ ਪਾਸੇ ਗਿਆ, ਕਿੱਥੇ ਹੈ। ਦੂਸਰਾ ਘੋੜਾ ਵੀ ਸ਼ਾਹੀ ਕਿਲੇ ਦੇ ਅੰਦਰੋਂ ਲੈ ਕਰਕੇ ਆਏ। ਜਿਸ ਕਿਲੇ ਦੇ ਵਿੱਚ ਇੱਕ ਕੀੜੀ ਵੀ ਇੱਧਰ ਉੱਧਰ ਨਹੀਂ ਹੋ ਸਕਦੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ 2 ਘੋੜੇ ਲਿਆਏ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਜੀ ਇੰਨੇ ਪ੍ਰਸੰਨ ਹੋਏ, ਬਚਨ ਕਿਹਾ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਭਾਉ ਭਗਤ ਲੀਨਾ, ਕਮੀ ਕਦੇ ਨਾਹੀਂ। ਐਸੇ ਸਤਿਗੁਰਾਂ ਨੇ ਵਰ ਦਿੱਤੇ। ਜੇ ਸਮੇਂ ਬਾਬਾ ਬਿਧੀ ਚੰਦ ਜੀ ਦਿਓ ਨਗਰ ਦੀ ਧਰਤੀ ਤੇ ਸੁੰਦਰ ਸ਼ਾਹ ਫਕੀਰ ਦੇ ਨਾਲ ਬਚਨ ਕਰਕੇ ਆਏ ਸਨ, ਕਿਉਂਕਿ ਸੁੰਦਰ ਸ਼ਾਹ ਫਕੀਰ ਬਹੁਤ ਤਾਕਤ ਦਾ ਮਾਲਕ ਸੀ, ਕਰਾਮਾਤ ਦੇ ਸਹਿਤ ਸੀ। ਬਾਬਾ ਬਿਧੀ ਚੰਦ ਜੀ ਜਦੋਂ ਗਏ, ਸੁੰਦਰ ਸ਼ਾਹ ਫਕੀਰ ਨੇ ਆਪਣੀ ਤਾਕਤ ਵਿਖਾਉਣ ਦਾ ਯਤਨ ਕੀਤਾ, ਪਰ ਕੋਈ ਤਾਕਤ ਬਾਬਾ ਬਿਧੀ ਚੰਦ ਦੇ ਅੱਗੇ ਚੱਲੀ ਨਾ। ਅਖੀਰ ਬਾਬਾ ਬਿਧੀ ਚੰਦ ਜੀ ਦੇ ਚਰਨਾਂ ਤੇ ਢਹਿ ਪਿਆ, ਬੇਨਤੀ ਕੀਤੀ ਕਿ ਆਪ ਕਿਰਪਾ ਕਰਿਓ, ਜਦੋਂ ਸੱਚਖੰਡ ਜਾਓਗੇ ਆਪ ਮੇਰੀ ਵੀ ਬਾਂਹ ਪਕੜ ਲੈਣੀ, ਮੈਨੂੰ ਵੀ ਨਾਲ ਲੈ ਕੇ ਜਾਣਾ। ਬਾਬਾ ਬਿਧੀ ਚੰਦ ਜੀ ਸੁੰਦਰ ਸ਼ਾਹ ਫਕੀਰ ਦੇ ਨਾਲ ਬਚਨ ਕਰਕੇ ਦਿਓ ਨਗਰ ਦੀ ਧਰਤੀ ਜੋ ਯੂਪੀ ਦੇ ਵਿੱਚ ਹੈ, ਉੱਥੋਂ ਚਲੇ ਆਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੀ ਹਾਜ਼ਰੀ ਅੰਦਰ ਮਹਾਨ ਸੇਵਾਵਾਂ ਕੀਤੀਆਂ। ਜਦੋਂ ਅੰਤ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਤੋਂ ਆਗਿਆ ਮੰਗੀ ਤੇ ਆਪਣੇ ਪੁੱਤਰ ਬਾਬਾ ਲਾਲ ਚੰਦ ਦੀ ਬਾਂਹ ਫੜਾਈ, ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਂ ਬਚਨ ਕਰਕੇ ਆਇਆ ਹਾਂ ਸੁੰਦਰ ਸ਼ਾਹ ਫਕੀਰ ਦੇ ਨਾਲ। ਉਸ ਨੇ ਬੇਨਤੀ ਕੀਤੀ ਸੀ ਕਿ ਜਦੋਂ ਸੱਚਖੰਡ ਜਾਓਗੇ ਆਪ ਜੀ ਮੈਨੂੰ ਨਾਲ ਲੈ ਕੇ ਜਾਇਓ। ਸਤਿਗੁਰੂ ਕਹਿਣ ਲੱਗੇ, ਜੇਕਰ ਬਚਨ ਕਰੀਏ ਤੇ ਬਚਨ ਅਵਸ਼ ਪੂਰਾ ਕਰਨਾ ਚਾਹੀਦਾ ਹੈ, ਦੇਰ ਨਾ ਲਾਓ। ਫਿਰ ਬਾਬਾ ਬਿਧੀ ਚੰਦ ਦੀ ਸਤਿਗੁਰਾਂ ਤੋਂ ਜਦੋਂ ਆਗਿਆ ਲਈ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਨੇਤਰਾਂ ਦੇ ਵਿੱਚ ਵਿਰਾਗ ਦਾ ਪ੍ਰੇਮ ਦਾ ਜਲ ਝਲਕਣ ਲੱਗਾ ਤੇ ਬਾਬਾ ਬਿਧੀ ਚੰਦ ਜੀ ਨੇ ਆਪਣੇ ਪੁੱਤਰ ਬਾਬਾ ਲਾਲ ਚੰਦ ਦੀ
ਬਾਂਹ ਸਤਿਗੁਰਾਂ ਦੇ ਹੱਥ ਦੇ ਵਿੱਚ ਫੜਾ ਦਿੱਤੀ। ਬੇਨਤੀ ਕੀਤੀ ਕਿ ਮਹਾਰਾਜ, ਜਿਵੇਂ ਆਪ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਮੇਰੇ ਪਾਸੋਂ ਇਹ ਸੇਵਾਵਾਂ ਲਈਆਂ ਹਨ, ਆਪ ਜੀ ਮੇਰੇ ਪੁੱਤਰ ਤੋਂ ਵੀ ਐਸੀਆਂ ਸੇਵਾਵਾਂ ਲੈਣਾ ਕਰਿਓ। ਸਦਾ ਆਪ ਜੀ ਅੰਗ ਸੰਗ ਰਹਿਓ। ਬਾਂਹ ਜਿਸ ਤਰ੍ਹਾਂ ਮੇਰੀ ਬਾਂਹ ਫੜੀ ਹੈ, ਇਸ ਤਰ੍ਹਾਂ ਮੇਰੇ ਪੁੱਤਰ ਦੀ ਵੀ ਬਾਂਹ ਪਕੜਨਾ ਕਰਿਓ। ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਨੇ ਬਚਨ ਕੀਤਾ ਕਿ ਸਦਾ ਸਾਂਝ ਤੇਰੀ ਪੁਛਤੈਨੀ, ਨਿਭੈ ਗੁਰ ਕਰ ਸੰਗ ਸੁਖੈਨੀ, ਤੋਰ ਮੋਦ ਮੈਂ ਭੇਦ ਨ ਕੋਈ, ਗੁਰ ਸਿੱਖ ਨਾਮ ਰਹੇ ਅਬਦੋਈ। ਸਤਿਗੁਰਾਂ ਨੇ ਬਚਨ ਕੀਤਾ ਕਿ ਬਾਬਾ ਬਿਧੀ ਚੰਦ ਜੀ, ਤੁਹਾਡੇ ਤੇ ਸਾਡੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਹੈ। ਜੋ ਭੇਦ ਰੱਖੇਗਾ ਉਸ ਨੂੰ ਸਿੱਖੀ ਦੀ ਪ੍ਰਾਪਤੀ ਨਹੀਂ ਹੋਵੇਗੀ। ਬਾਬਾ ਬਿਧੀ ਚੰਦ ਜੀ ਦੇਵ ਨਗਰ ਆ ਗਏ। ਤਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਨੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੇ ਕਰਕੇ, ਜੋ ਬਖਸ਼ਿਸ਼ਾਂ ਅੱਜ ਵੀ ਸੁਰ ਸਿੰਘ ਦੀ ਧਰਤੀ ਤੇ ਮਹਾਂਪੁਰਖਾਂ ਦੇ ਪਾਸ ਮੌਜੂਦ ਹਨ, ਜਦੋਂ ਜੋੜ ਮੇਲੇ ਆਉਂਦੇ ਤਦੋਂ ਉਸ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੇ ਜੋੜ ਮੇਲੇ ਤੇ ਮਰਜ਼ਾਦਾ ਦੇ ਅਨੁਸਾਰ ਅਰਦਾਸ ਕਰਵਾ ਕਰਕੇ ਹੁਕਮਨਾਮਾ ਲੈ ਕੇ ਜੋ ਸਰੂਪ ਬਾਬਾ ਬਿਧੀ ਚੰਦ ਜੀ ਨੇ ਰਾਮਕਲੀ ਰਾਗ ਤੱਕ ਲਿਖਿਆ, ਉਸ ਦੇ ਦਰਸ਼ਨ ਕਰਵਾਏ ਜਾਂਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਗਾਤਰੇ ਦੀ ਸ੍ਰੀ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾਂਦੇ ਨੇ। ਬਾਬਾ ਬਿਧੀ ਚੰਦ ਜੀ ਦੇ ਗਾਤਰੇ ਦੇ ਸ਼ਾਸਤਰ ਦੇ ਦਰਸ਼ਨ ਕਰਵਾਏ ਜਾਂਦੇ ਨੇ। ਭਾਈ ਮਹਾ ਸਿੰਘ ਜੀ ਦੇ ਗਾਤਰੇ ਦੇ ਸ੍ਰੀ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾਂਦੇ ਨੇ। ਇਸ ਤਰ੍ਹਾਂ ਮਹਾਨ ਬਖਸ਼ਿਸ਼ਾਂ ਜੋ ਸਤਿਗੁਰਾਂ ਨੇ ਦੇ ਕਰਕੇ ਬਾਬਾ ਲਾਲ ਚੰਦ ਜੀ ਨੂੰ ਉਸ ਸਮੇਂ ਸੁਰ ਸਿੰਘ ਦੀ ਧਰਤੀ ਤੇ ਭੇਜਿਆ, ਕਿਉਂਕਿ ਜਿਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਜੀ ਸੁਰ ਸਿੰਘ ਦੀ ਧਰਤੀ ਤੇ ਆਏ ਸਨ, ਭਾਗਮਲ ਦੇ ਮਹਿਲਾਂ ਦੇ ਵਿੱਚ ਇਹ ਇੱਕ ਸ਼ਾਹੂਕਾਰ ਸੀ, ਚੌਧਰੀ ਸੀ, ਕੋਈ ਧੀ ਪੁੱਤਰ ਨਹੀਂ ਸੀ। ਤੇ ਬੇਨਤੀ ਕੀਤੀ, ਮਹਾਰਾਜ ਇਹ ਮਹਿਲ ਘਰ ਤੇ ਜਿਹੜੀ ਜ਼ਮੀਨ ਹੈ ਇਹ ਆਪ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਦਾ, ਆਪ ਜੀ ਕਿਰਪਾ ਕਰਕੇ ਇੱਥੇ ਰਹੋ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਮਹਾਨ ਕੇਂਦਰ ਬਣਾਉਣਾ ਕਰੋ। ਜੰਗਾਂ ਯੁੱਧਾਂ ਦਾ ਸਮਾਂ ਸੀ। ਸਤਿਗੁਰਾਂ ਨੇ ਬਚਨ ਕੀਤਾ ਕਿ ਅਜੇ ਸਮਾਂ ਨਹੀਂ ਹੈ, ਸਮਾਂ ਆਵੇਗਾ, ਇਸ ਅਸਥਾਨ ਤੇ ਇਸ ਨਗਰ ਦੇ ਵਿੱਚ ਮਹਾਨ ਸਿੱਖੀ ਦਾ ਕੇਂਦਰ ਬਣੇਗਾ। ਜਦੋਂ ਬਾਬਾ ਬਿਧੀ ਚੰਦ ਜੀ ਸੱਚਖੰਡ ਚਲੇ ਗਏ, ਉਸ ਸਮੇਂ ਬਾਬਾ ਲਾਲ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਨੇ ਇਹ ਬਖਸ਼ਿਸ਼ਾਂ ਦੇ ਕੇ ਸੁਰ ਸਿੰਘ ਦੀ ਧਰਤੀ ਤੇ ਭੇਜਿਆ। ਬਾਬਾ ਲਾਲ ਚੰਦ ਜੀ ਜਦੋਂ ਸੁਰ ਸਿੰਘ ਦੀ ਧਰਤੀ ਤੇ ਆਏ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਹੁਕਮ ਪਾ ਕਰਕੇ, ਕਿਉਂਕਿ ਸਤਿਗੁਰਾਂ ਨੇ ਇਹ ਬਚਨ ਕੀਤਾ ਜੋ ਧਾਰਮਿਕ ਗ੍ਰੰਥਾਂ ਦੇ ਵਿੱਚ ਦਰਜ ਹੈ ਕਿ ਤੁਮ ਹਿਵਤ ਸੁਰ ਸਿੰਘ ਗ੍ਰਾਮ ਮਝਾਰੇ, ਭਾਗ ਮਾਲ ਸ਼ੁਭ ਸਦਨ ਸੁਧਾਰੇ, ਮੂਰਥ ਗ੍ਰੰਥ ਸੈਂਚੀਆਂ ਲੈ ਕੇ ਤਹ ਮਾਤਾ ਜੁਤ ਰਹੋ ਸੁਖ ਪੈ ਕੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਨੇ ਬਚਨ ਕੀਤਾ ਕਿ ਇਹ ਬਖਸ਼ਿਸ਼ਾਂ ਲੈ ਕੇ ਸੁਰ ਸਿੰਘ ਦੀ ਧਰਤੀ ਤੇ ਜਾਓ, ਆਪਣੀ ਮਾਤਾ ਪਰਿਵਾਰ ਦੇ ਤਹਿ ਸਹਿ ਤੇ ਸੁਖ ਦੇ ਨਾਲ ਉੱਥੇ ਰਹਿਣਾ ਕਰੋ। ਤਦੋਂ ਜਦੋਂ ਭਾਗਮਲ ਦੇ ਮਹਿਲ ਸਨ, ਉਸ ਮਹਿਲਾਂ ਦੇ ਅੰਦਰ ਬਾਬਾ ਲਾਲ ਚੰਦ ਜੀ ਆਏ, ਜੋ ਅੱਜ ਵੀ ਉਸੇ ਤਰ੍ਹਾਂ ਸੁਰ ਸਿੰਘ ਦੀ ਧਰਤੀ ਤੇ ਜਿਉਂ ਦੇ ਤਿਉਂ ਮਹਾਂਪੁਰਖ ਸੰਤ ਬਾਬਾ ਦਇਆ ਸਿੰਘ ਜੀ ਨੇ ਸਨ 2010 ਦੇ ਵਿੱਚ ਦੇਸ਼ ਦੀ ਸੇਵਾ ਕਰਾਈ। ਜਿਸ ਤਰ੍ਹਾਂ ਪਹਿਲਾਂ ਮਹਿਲ ਬਣੇ ਸਨ, ਉਸ ਤਰ੍ਹਾਂ ਦੀ ਦਿੱਖ ਉਹ ਇੱਟ ਲਾ ਕਰਕੇ ਮਹਿਲ ਤਿਆਰ ਕਰਵਾਏ ਨੇ। ਜੋ ਦਾਸ ਦਾ ਵੀ ਜੋ ਘਰ ਉਸ ਮਹਿਲਾਂ ਦੇ ਨਜ਼ਦੀਕ ਨੇੜੇ ਹੈ ਕਿ ਜੇ ਸਮੇਂ ਬਾਬਾ ਲਾਲ ਚੰਦ ਜੀ ਆਏ ਹਨ ਤੇ ਮਹਾਂਪੁਰਖਾਂ ਦੇ ਜੋ ਜਨਮ ਅਸਥਾਨ ਹਨ, ਬਾਬਾ ਦਇਆ ਸਿੰਘ ਸਾਹਿਬ ਜੀ, ਇਹਨਾਂ ਮਹਿਲਾਂ ਦੇ ਵਿੱਚ ਬਾਬਾ ਦਇਆ ਸਿੰਘ ਸਾਹਿਬ ਜੀ ਦਾ ਜੋ ਜਨਮ ਹੋਇਆ, ਜਿੱਥੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਬਚਨ ਨੂੰ ਕਮਾਇਆ ਕਿ ਸਦਾ ਸਾਂਝ ਤੇਰੀ ਪੁਛਤੈਨੀ, ਨਿਭੈ ਗੁਰ ਕਰ ਸੰਗ ਸੁਖੈਨੀ। ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਇਸ ਘਰ ਦੇ ਵਿੱਚ ਬ੍ਰਹਮ ਗਿਆਨੀ ਪੈਦਾ ਹੋਣਗੇ। ਜਿਵੇਂ ਸੰਸਾਰ ਦੇ ਵਿੱਚ ਕੋਈ ਆ ਕਰਕੇ ਬੰਦਗੀ ਕਰਦਾ ਹੈ ਤੇ ਬੰਦਗੀ ਕਰਕੇ ਫੇਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਪਰ ਇਸ ਘਰ ਦੇ ਵਿੱਚ ਧੁਰ ਤੋਂ ਹੀ ਬਖਸ਼ੀਆਂ ਰੂਹਾਂ ਜਨਮ ਲੈਂਦੀਆਂ ਹਨ। ਜੋ ਬੰਦਗੀ ਵਾਲੇ ਆਉਂਦੇ ਹਨ ਮਹਾਂਪੁਰਖ, ਜਿਸ ਦੇ ਪਰਥਾਏ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਗਿਰ ਬਸੁਦਾ ਸਾ ਬਿਨ ਸਜਾਏ, ਗੋ ਸਾਧ ਬਚਨ ਅਟਲਾਦਾ।
ਐਸੇ ਸਾਧੂ ਜਨਮ ਲੈਂਦੇ ਹਨ, ਬ੍ਰਹਮ ਗਿਆਨੀ ਜਨਮ ਲੈਂਦੇ ਹਨ। ਸੂਰਬੀਰ ਬਚਨ ਕੇ ਬਲੀ, ਜੋ ਬਚਨ ਕਹਿ ਦਿੱਤਾ ਤੇ ਉਹ ਬਚਨ ਕਰ ਦਿੱਤਾ। ਮਹਾਂਪੁਰਖ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਜੋ ਗੁਰਬਾਣੀ ਪੜ੍ਹਦੇ ਸਨ, ਸਿੰਘ ਉਹਨਾਂ ਦੇ ਨਾਲ ਅਥਾਹ ਪ੍ਰੇਮ ਕਰਦੇ ਸਨ ਤੇ ਗੁਰਬਾਣੀ ਬੜੇ ਪ੍ਰੇਮ ਦੇ ਨਾਲ ਸੁਣਨੀ। ਨਗਰ ਦੇ ਵਿੱਚ, ਇਲਾਕੇ ਦੇ ਵਿੱਚ ਜਿੱਥੇ ਕਿੱਥੇ ਵੀ ਕਿਸੇ ਨੇ ਗੁਰਬਾਣੀ ਪੜ੍ਹਨੀ ਤੇ ਮਹਾਂਪੁਰਖਾਂ ਨੇ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਸੁਣਨੀ ਤੇ ਉਹਨਾਂ ਨੂੰ ਫਿਰ ਆਪਣੇ ਪਾਸ ਬੁਲਾਉਣਾ ਕਿ ਜਿਹੜਾ ਸਿੰਘ ਇਹ ਗੁਰਬਾਣੀ ਪੜ੍ਹਦਾ ਹੈ ਉਸ ਨੂੰ ਸਾਡੇ ਪਾਸ ਲੈ ਕੇ ਆਓ। ਬੜੇ ਪ੍ਰੇਮ ਦੇ ਨਾਲ ਮਿਲਣਾ, ਉਤਸ਼ਾਹ ਦੇਣਾ ਕਿ ਅੱਗੇ ਹੋਰ ਮਿਹਨਤ ਕਰਨਾ ਕਰੋ, ਹੋਰ ਪੜ੍ਹਨਾ ਕਰੋ। ਐਸੇ ਮਹਾਂਪੁਰਖ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਐਸੀ ਕਿਰਤ ਨੂੰ ਕਮਾਇਆ, ਐਸੇ ਜੀਵਨ ਨੂੰ ਕਮਾਇਆ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕ ਸੋ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਬ੍ਰਹਮ ਗਿਆਨੀ ਦਾ ਜੀਵਨ ਕੈਸਾ ਹੈ, ਜਿਉ ਧਰਤੀ ਕੋਉ ਖੋਦੈ ਕੋਉ ਚੰਦਨ ਲੇਪ। ਬ੍ਰਹਮ ਗਿਆਨੀ ਦਾ ਐਸਾ ਜੀਵਨ ਹੁੰਦਾ ਹੈ ਕਿ ਜਿਸ ਤਰ੍ਹਾਂ ਧਰਤੀ ਤੇ ਕੋਈ ਕਈਆਂ ਦੇ ਨਾਲ ਧਰਤੀ ਨੂੰ ਪੁੱਟੀ ਜਾਵੇ, ਉਸ ਦੇ ਨਾਲ ਕਿਸੇ ਪ੍ਰਕਾਰ ਦੇ ਨਾਲ ਕੋਈ ਦੁੱਖ ਪ੍ਰਗਟ ਨਹੀਂ ਕਰਦੀ, ਤੇ ਚਾਹੇ ਕੋਈ ਧਰਤੀ ਤੇ ਚੰਦਨ ਦਾ ਲੇਪ ਕਰੀ ਜਾਵੇ ਉਸ ਦੇ ਨਾਲ ਉਹ ਧਰਤੀ ਬਹੁਤਾ ਸਨੇਹ ਨਹੀਂ ਕਰਦੀ। ਚਾਹੇ ਕੋਈ ਸਾਧੂ ਦੀ ਉਸਤਤੀ ਕਰੀ ਜਾਵੇ, ਚਾਹੇ ਸਾਧੂ ਨੂੰ ਕੋਈ ਬੁਰਾ ਭਲਾ ਕਹੀ ਜਾਵੇ, ਪਰ ਸਾਧੂ ਦਾ ਐਸਾ ਜੀਵਨ ਹੈ ਉਹ ਕਿਸੇ ਦੇ ਨਾਲ ਨਾ ਉਸਤਤੀ ਕਰਨ ਦੇ ਵੱਲ ਵੇਖ ਕਰਕੇ ਖੁਸ਼ ਹੁੰਦੇ ਹਨ ਤੇ ਨਾ ਜੋ ਕੋਈ ਬੁਰਾ ਭਲਾ ਆਖਦੇ ਹਨ ਉਹਨਾਂ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੈਰ ਵਿਰੋਧ ਈਰਖਾ ਰੱਖਦੇ ਹਨ। ਸਾਧੂ ਜੋ ਹਨ ਉਹ ਹਰ ਪ੍ਰਕਾਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਹਨ। ਜਿਵੇਂ ਇੱਕ ਕੋਈ ਫਕੀਰ ਸੀ ਤੇ ਉਹ ਤੁਰਿਆ ਜਾਵੇ, ਜੋ ਤੁਰਿਆ ਜਾਵੇ ਤੇ ਵੇਖਿਆ ਖਾਲ ਦੇ ਵਿੱਚ ਪਾਣੀ ਚੱਲ ਰਿਹਾ ਹੈ ਤੇ ਇੱਕ ਕੀੜਾ ਖਾਲ ਦੇ ਵਿੱਚ ਬਾਹਰ ਨਿਕਲਣ ਦਾ ਯਤਨ ਕਰਦਾ ਹੈ ਤੇ ਉਸ ਫਕੀਰ ਨੇ ਜਦੋਂ ਵੇਖਿਆ ਮਨ ਵਿੱਚ ਦਇਆ ਆ ਗਈ ਕਿ ਇਸ ਨੂੰ ਬਾਹਰ ਕੱਢੀਏ, ਕਿਉਂਕਿ ਸਾਧੂ ਦਾ ਸੁਭਾਅ ਐਸਾ ਹੈ, ਸੰਸਾਰ ਦੇ ਵਿੱਚ ਜੋ ਵਿਕਾਰਾਂ ਵਿੱਚ ਫਸੇ ਹਨ ਉਹਨਾਂ ਨੂੰ ਵੀ ਬਾਹਰ ਕੱਢਣ ਦਾ ਯਤਨ ਕਰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਵਿਕਾਰਾਂ ਦੇ ਵਿੱਚੋਂ ਬਾਹਰ ਕੱਢ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਿਆ ਜਾਵੇ। ਉਹ ਫਕੀਰ, ਉਹ ਰੱਬ ਦਾ ਪਿਆਰਾ ਬੰਦਗੀ ਵਾਲਾ ਜਦੋਂ ਕੀੜੇ ਨੂੰ ਬਾਹਰ ਕੱਢਣ ਲੱਗਾ ਤੇ ਹੱਥ ਲਾਇਆ, ਡੰਗ ਮਾਰਿਆ, ਹੱਥ ਝਾੜਿਆ ਤੇ ਫਿਰ ਉਹ ਕੀੜਾ ਪਾਣੀ ਦੇ ਵਿੱਚ ਡਿੱਗ ਪਿਆ। ਜਦੋਂ ਹੱਥ ਤੇ ਦਰਦ ਹੋਈ, ਦੂਸਰੀ ਵਾਰ ਫਿਰ ਉਸ ਕੀੜੇ ਨੂੰ ਪਾਣੀ ਦੇ ਵਿੱਚੋਂ ਕੱਢਣ ਦਾ ਯਤਨ ਕੀਤਾ। ਜਦੋਂ ਹੱਥ ਦੇ ਨਾਲ ਫੜ ਕੇ ਕੀੜੇ ਨੂੰ ਬਾਹਰ ਕੱਢਣ ਲੱਗੇ ਫਿਰ ਉਸ ਨੇ ਡੰਗ ਮਾਰਿਆ। 3 ਵਾਰ ਉਹ ਸਾਧੂ ਨੇ ਇਉਂ ਕੀਤਾ, 3 ਵਾਰ ਉਸ ਨੇ ਡੰਗ ਮਾਰਿਆ ਕੀੜੇ ਨੇ ਤੇ ਫਿਰ ਉਹ ਦੁਬਾਰਾ ਪਾਣੀ ਦੇ ਵਿੱਚ ਡਿੱਗ ਪਿਆ। ਕਿਸੇ ਮਨੁੱਖ ਨੇ ਵੇਖਿਆ, ਵੇਖ ਕੇ ਕਹਿਣ ਲੱਗੇ ਉਸ ਫਕੀਰ ਨੂੰ, ਰੱਬ ਦੇ ਪਿਆਰੇ ਨੂੰ, ਕਿ ਆਪ ਜੀ ਇਸ ਨੂੰ ਵਾਰ-ਵਾਰ ਬਾਹਰ ਕੱਢਦੇ ਹੋ, ਯਤਨ ਕਰਦੇ ਹੋ, ਪਰ ਵਾਰ-ਵਾਰ ਇਹ ਆਪ ਜੀ ਨੂੰ ਡੰਗ ਮਾਰਦਾ, ਇਸ ਨੂੰ ਛੱਡ ਕਿਉਂ ਨਹੀਂ ਦਿੰਦੇ। ਰੱਬ ਦੇ ਪਿਆਰੇ ਕਹਿਣ ਲੱਗੇ, ਜੇਕਰ ਇਹ ਆਪਣਾ ਸੁਭਾਅ ਨਹੀਂ ਬਦਲਦਾ, ਇਸ ਦਾ ਸੁਭਾਅ ਹੀ ਐਸਾ ਹੈ ਕਿ ਡੰਗ ਮਾਰਨਾ, ਜਿਹੜਾ ਕੋਈ ਵੀ ਇਸ ਨੂੰ ਫੜਨ ਦਾ ਯਤਨ ਕਰੇ, ਇਸ ਦੇ ਨਾਲ ਨੇੜਤਾ ਕਰੇ, ਇਹ ਜਿਵੇਂ ਆਪਣਾ ਸੁਭਾਅ ਨਹੀਂ ਬਦਲ ਸਕਦਾ ਤੇ ਅਸੀਂ ਆਪਣਾ ਪਰ ਉਪਕਾਰ ਵਾਲਾ ਸੁਭਾਅ ਨਹੀਂ ਬਦਲ ਸਕਦੇ। ਜਿਹੜੇ ਸਾਧੂ ਹਨ ਉਹ ਸੰਸਾਰ ਦੇ ਵਿੱਚ ਪਰ ਉਪਕਾਰ ਦੇ ਵਾਸਤੇ ਆਉਂਦੇ ਹਨ ਕਿ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਕੋਚ। ਸਦਾ ਉਹ ਐਸੇ ਸਾਧੂ ਬੰਦਗੀ ਵਾਲੇ ਪਰ ਉਪਕਾਰ ਦੇ ਵਾਸਤੇ ਆਉਂਦੇ ਹਨ। ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤਿਨਾਂ ਦੇ ਦਰੋਂ ਘਰੋਂ ਵਰਸਾਏ, ਬਹਾਦਰ ਬਾਬਾ ਬਿਧੀ ਚੰਦ ਜੀ, ਤਿਨਾਂ ਦੇ 11ਵੇਂ ਜਾਨਸ਼ੀਨ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਦੀ ਆਪਾਂ ਬਰਸੀ ਸਮਾਗਮ ਮਨਾ ਰਹੇ ਹਾਂ। ਉੱਥੇ ਮੌਜੂਦਾ ਮੁਖੀ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਜੋ ਐਸੇ ਕਰਨੀ ਵਾਲੇ ਤੇ ਕਥਨੀ ਵਾਲੇ ਕਰਨੀ ਵਾਲੇ ਹਨ, ਅੱਜ ਵੀ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਗੁਰਸਿੱਖੀ ਦਾ, ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ। ਜਿਵੇਂ ਸਤਿਗੁਰਾਂ ਨੂੰ ਆਪਾਂ ਨੂੰ ਜਿਸ ਰਸਤੇ ਤੇ ਚੱਲਣ ਦੇ ਵਾਸਤੇ ਪ੍ਰੇਰਿਆ, ਹੁਕਮ ਕੀਤਾ ਹੈ, ਆਪਾਂ ਉਸ ਰਸਤੇ ਤੇ ਚੱਲੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਬਾਣੀ ਬਾਣੇ ਦੇ ਧਾਰਨੀ ਹੋਈਏ। ਕਿਉਂਕਿ ਮਹਾਂਪੁਰਖਾਂ ਦਾ ਹੁਕਮ ਹੈ ਕਿ ਜਿੱਥੇ ਵੀ ਜਾਣਾ ਹੈ ਸਾਰਿਆਂ ਨੂੰ ਗੁਰੂ ਦੇ ਲੜ ਲਾਉਣ ਦਾ ਯਤਨ ਕਰਨਾ ਹੈ ਕਿ
ਸੰਸਾਰ ਦੇ ਵਿੱਚ ਮੁਕਤੀ ਦੇ ਵਾਸਤੇ ਆਏ ਆ, ਮੁਕਤੀ ਪ੍ਰਾਪਤ ਕਰਨੀ ਹੈ ਤੇ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਬਾਣੀ ਬਾਣੇ ਦੇ ਧਾਰਨੀ ਹੋਈਏ। ਆਇਆ ਸੰਸਾਰ ਦੇ ਵਿੱਚ ਆਪਾਂ ਸਾਰਿਆਂ ਦਾ ਸਫਲ ਹੋ ਜਾਵੇ। ਵਿਚਾਰਾਂ ਕਰਦੇ ਹਾਂ, ਅਨੇਕ ਪ੍ਰਕਾਰ ਦੀਆਂ ਬੇਅੰਤ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੋ, ਕਿਰਪਾ ਕਰਕੇ ਬਖਸ਼ ਲੈਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਗੁਰੂ ਚਰਨਾਂ ਵਿੱਚ ਲਾਈਏ ਹਾਜ਼ਰੀ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।